ਅੱਜ ਦਾ ਸ਼ਬਦ ਹੈ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨਨ। ਇਹਦੇ ਚ ਅਸੀਂ ਦੇਖਾਂਗੇ ਇਹਦੇ ਜੀਵਨ ਦਾ ਦੱਸਿਆ ਹੈ। ਅਸੀਂ ਰੋਜ਼ ਪੜ੍ਹਦੇ ਹਾਂ ਪਈ ਪ੍ਰਾਪਤ ਮਾਨਕ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ। ਮਨੁੱਖ ਜੀਵਨ ਬਹੁਤ ਹੀ ਸਾਡੇ ਪੂਰਬਲੇ ਕਰਮ ਅੱਛੇ ਹੁੰਦੇ ਨੇ ਜੋ ਕਿ ਸਾਨੂੰ ਮਨੁੱਖ ਜੀਵਨ ਮਿਲਦਾ ਹੈ। ਹੁਣ ਜੀਵਨ ਕੀ ਹੈ? ਜਦੋਂ ਅਸੀਂ ਇਸ ਧਰਤੀ ਤੇ ਆਨੇ ਆ, ਸਾਡਾ ਆਉਣ ਦਾ ਸਮੇਂ ਔਰ ਸਾਡਾ ਜਾਣ ਦਾ ਸਮੇਂ ਇਹ ਵਾਹਿਗੁਰੂ ਨਿਸ਼ਚਿਤ ਕਰਕੇ ਭੇਜਦੇ ਨੇ। ਆਉਣ ਦਾ ਸਮੇਂ ਔਰ ਅਸੀਂ ਧਰਤੀ ਤੇ ਆਨੇ ਆ, ਔਰ ਜਾਣ ਦੇ ਸਮੇਂ ਦੇ ਜਿਹੜੇ ਵਿੱਚ ਦੀ ਸਾਡੀ ਜਰਨੀ ਹੈ, ਵਿੱਚ ਦਾ ਜਿਹੜਾ ਸਫ਼ਰ ਹੈ ਧਰਤੀ ਤੇ ਆਉਣ ਦਾ ਔਰ ਇੱਥੋਂ ਦੀ ਜਾਣ ਦਾ, ਉਹਨੂੰ ਜੀਵਨ ਕਿਹਾ ਹੈ। ਜੀਵਨ ਹੁਣ ਸਭ ਨੂੰ ਪਤਾ ਹੈ ਕਿ ਅਸੀਂ ਇੱਥੇ ਨਾਮ ਸਿਮਰਨ ਬਾਣੀ ਪੜਨ ਆਏ ਹਾਂ। ਜੀਵਨ ਵੀ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਸੰਸਾਰਿਕ ਜੀਵਨ, ਇੱਕ ਅਧਿਆਤਮਿਕ ਜੀਵਨ। ਸੰਸਾਰਿਕ ਜੀਵਨ ਸਾਡਾ ਡਿਪੈਂਡ ਕਰਦਾ ਸਾਡਾ ਸਵਾਸਾਂ ਤੇ। ਸਵਾਸ ਅੰਦਰ ਜਾਣਾ, ਔਰ ਅਗਰ ਅਸੀਂ ਸਵਾਸ ਅੰਦਰ ਲੈ ਜਾਈਏ ਔਰ ਅਸੀਂ ਸਵਾਸ ਬਾਹਰ ਲੈ ਕੇ ਨਾ ਆਈਏ ਤੇ ਸਾਡਾ ਜੀਵਨ ਪੋਸੀਬਲ ਨਹੀਂ ਹੈ। ਔਰ ਅਗਰ ਅਸੀਂ ਸਵਾਸ ਬਾਹਰ ਲੈ ਕੇ ਆਈਏ ਔਰ ਅੰਦਰ ਨਾ ਲੈ ਕੇ ਜਾਈਏ, ਸਾਡਾ ਜੀਵਨ ਤਾਂ ਵੀ ਪੋਸੀਬਲ ਨਹੀਂ ਹੈ। ਆਦਮੀ ਦਮ ਆਇਆ ਆਦਮੀ, ਇੱਕ ਦਮ ਦਾ ਬੰਦਾ ਹੈ, ਇੱਕ ਦਮ ਦਾ ਮਨੁੱਖ ਹੈ। ਸਾਡਾ ਜੋ ਜੀਵਨ ਹੈ ਉਹ ਸਾਡੇ ਸਵਾਸਾਂ ਦੀ ਗਤੀ, ਸਵਾਸ ਦਾ ਅੰਦਰ ਜਾਣਾ ਔਰ ਸਵਾਸ ਦਾ ਬਾਹਰ ਆਣਾ, ਸਾਡੇ ਇਹ ਸਵਾਸਾਂ ਦੀ ਗਤੀ ਦੇ ਉੱਤੇ ਸਾਡਾ ਸੰਸਾਰਿਕ ਜੀਵਨ ਹੈਗਾ। ਜਦੋਂ ਇਹ ਸਾਇੰਟੀਫਿਕਲੀ ਵੀ ਪ੍ਰੂਵਨ ਹੈ ਕਿ ਜਦੋਂ ਅਸੀਂ ਸਵਾਸ ਲੈਂਦੇ ਆ, ਇਹ ਹਵਾ ਜਦੋਂ ਸਾਡੇ ਅੰਦਰ ਜਾਂਦੀ ਹੈ, ਜਦੋਂ ਅੰਦਰ ਜਾ ਕੇ ਸਾਡੇ ਪੇਟ 'ਚ ਜੋ ਸੈਂਟਰ ਪੁਆਇੰਟ ਜਿਹਨੂੰ ਅਸੀਂ ਨਾਭੀ ਕਹਿੰਦੇ ਆ, ਪੰਜਾਬੀ 'ਚ ਅਸੀਂ ਧੁਨੀ ਕਹਿੰਦੇ ਆ, ਸੰਸਕ੍ਰਿਤ 'ਚ ਇਹਨੂੰ ਧੁਨੀ ਕਹਿੰਦੇ ਨੇ। ਜਦੋਂ ਅਸੀਂ ਸਵਾਸ ਲੈਂਦੇ ਆ ਔਰ ਜੋ ਸਵਾਸ ਸਾਡੇ ਅੰਦਰ ਜਾ ਕੇ ਜਦੋਂ ਸਾਡੇ ਨਾਭੀ ਦੇ ਨਾਲ ਟਕਰਾਉਂਦਾ ਹੈ, ਉਹ ਨਾਭੀ ਖੁੱਲ੍ਹਦੀ ਹੈ ਤੇ ਉੱਥੇ ਇੱਕ ਧੁਨ ਪ੍ਰਕਟ ਹੁੰਦੀ ਹੈ ਜਿਹਨੂੰ ਕਿ ਧੁਨ ਕਹਿੰਦੇ ਨੇ। ਉਸ ਤੋਂ ਹੀ ਇਹਨੂੰ ਕਿਹਾ ਹੈ ਧੁਨੀ, ਇਹਦਾ ਨਾਮ ਹੈ ਧੁਨੀ। ਜਦੋਂ ਦੋ ਚੀਜ਼ਾਂ ਟਕਰਾਉਂਦੀਆਂ ਨੇ ਤੇ ਉਹਦੇ ਤੋਂ ਇੱਕ ਆਵਾਜ਼ ਪੈਦਾ ਹੁੰਦੀ ਹੈ। ਜਿਸ ਤਰ੍ਹਾਂ ਕੋਈ ਅਸੀਂ ਦੋ ਪੱਥਰ ਟਕਰਾਈਏ, ਉਹਦੇ ਤੋਂ ਆਵਾਜ਼ ਹੁੰਦੀ ਹੈ। ਜਾਂ ਅਸੀਂ ਆਪਣੇ ਜ਼ੋਰ ਦੀ ਅਗਰ ਹੱਥ ਵੀ ਅਸੀਂ ਇੱਦਾਂ ਰੱਬ ਕਰਦੇ ਹਾਂ ਤੇ ਇਹਦੇ 'ਚੋਂ ਵੀ ਇੱਕ ਆਵਾਜ਼ ਆਉਂਦੀ ਹੈ। ਇਸ ਤਰ੍ਹਾਂ ਹੀ ਜਦੋਂ ਸਵਾਸ ਲੈਂਦੇ ਹਾਂ, ਜਦੋਂ ਹਵਾ ਸਾਡੇ ਪਵਨ ਸਾਡੇ ਅੰਦਰ ਜਾ ਕੇ ਜਦੋਂ ਸਾਡੇ ਨਾਭੀ ਦੇ ਨਾਲ ਟਕਰਾਉਂਦੀ ਹੈ, ਨਾਭੀ ਖੁੱਲ੍ਹਦੀ ਹੈ, ਉੱਥੋਂ ਦੀ ਆਵਾਜ਼ ਪੈਦਾ ਹੁੰਦੀ ਹੈ। ਆਵਾਜ਼ ਆਉਂਦੀ ਹੈ ਦਿਲ ਤੱਕ। ਦਿਲ ਸਾਡਾ ਫਿਰ ਸ਼ਬਦਾਂ ਦਾ ਚਯਨ ਕਰਦਾ ਕਿ ਅਸੀਂ ਕਿਹੜੇ ਸ਼ਬਦ ਯੂਜ਼ ਕਰਨੇ ਨੇ। ਜਦੋਂ ਸ਼ਬਦ ਸਾਡਾ ਦਿਲ ਚੂਜ਼ ਕਰਦਾ ਔਰ ਫਿਰ ਉਹ ਸ਼ਬਦ ਸਾਡੇ ਜਦੋਂ ਕੰਠ ਤੱਕ ਆਉਂਦੇ ਨੇ, ਗਲੇ ਤੱਕ ਆਉਂਦੇ ਨੇ, ਤੇ ਉਦੋਂ ਤੱਕ ਉਹ ਵਾਕਿਆ ਇੱਕ ਫਾਰਮ ਹੋ ਜਾਂਦਾ ਹੈ ਕਿ ਅਸੀਂ ਇਹ ਹੁਣ ਸੈਂਟੈਂਸ ਬੋਲਣਾ ਹੈ। ਔਰ ਫਿਰ ਉਹ ਸਾਡੇ ਮੂੰਹ ਤੋਂ ਉਹ ਸੈਂਟੈਂਸ, ਸਾਡੀ ਜ਼ੁਬਾਨ ਤੋਂ, ਅਸੀਂ ਰਸਨਾ ਤੋਂ ਅਸੀਂ ਉਹ ਵਾਕਿਆ ਬੋਲਦੇ ਹਾਂ। ਤੇ ਇਹ ਜੋ ਪ੍ਰੋਸੀਜਰ ਹੈ ਇੰਨਾ ਜਲਦੀ ਹੁੰਦਾ ਹੈ, ਇੰਨਾ ਤੇਜ਼ ਹੁੰਦਾ ਹੈ ਕਿ ਹੁਣ ਅਸੀਂ ਗੱਲਾਂ ਵੀ ਕਰ ਰਹੇ ਹਾਂ, ਅਸੀਂ ਬੋਲ ਵੀ ਰਹੇ ਹਾਂ, ਪਰ ਇਹ ਮਕੈਨਿਜ਼ਮ ਸਾਡੇ ਅੰਦਰ ਚੱਲੀ ਜਾ ਰਿਹਾ ਹੈ। ਹਵਾ ਜਾਂਦੀ ਹੈ, ਟਕਰਾਵ ਹੁੰਦਾ ਹੈ, ਦਿਲ ਸਾਡਾ ਵਰਡਸ ਚੂਜ਼ ਕਰਦਾ ਹੈ। ਕਈ ਵਾਰ ਅਸੀਂ ਦੇਖਦੇ ਹਾਂ ਜਦੋਂ ਅਸੀਂ ਜਲਦੀ ਬੋਲ ਜਾਂਦੇ ਹਾਂ, ਅਸੀਂ ਉਹ ਐਪਰੋਪ੍ਰੀਏਟ ਵਰਡਸ ਨਹੀਂ ਅਸੀਂ ਯੂਜ਼ ਕਰ ਪਾਉਂਦੇ, ਜੋ ਕਿ ਅਸੀਂ ਬਾਅਦ 'ਚੋਂ ਸੋਚਦੇ ਹਾਂ ਕਿ ਸਾਨੂੰ ਇਹ ਨਹੀਂ, ਇਹ ਬੋਲਣਾ ਚਾਹੀਦਾ ਸੀ। ਜਲਦੀ ਉਹ ਸਾਡਾ ਦਿਲ ਚੂਜ਼ ਕਰਦਾ, ਵਰਡਸ ਦਾ ਚਯਨ ਕਰਦਾ, ਸ਼ਬਦਾਂ ਦਾ ਚਯਨ ਕਰਦਾ। ਫਿਰ ਉਸ ਤੋਂ ਬਾਅਦ 'ਚੋਂ ਸਾਡੇ ਗਲੇ 'ਚ ਜਦੋਂ ਕੰਠ 'ਚ ਆਉਂਦੇ ਨੇ ਤੇ ਉਹ ਵਾਕਿਆ ਬਣ ਜਾਂਦਾ ਔਰ ਅਸੀਂ ਆਪਣੇ ਜ਼ੁਬਾਨ ਤੋਂ, ਆਪਣੀ ਰਸਨਾ ਤੋਂ ਅਸੀਂ ਉਹ ਫਿਰ ਵਾਕਿਆ ਬੋਲਦੇ ਹਾਂ।
ਹੁਣ ਮਨੁੱਖ ਦਾ ਜੀਵਨ ਇਹ ਤੇ ਹੁੰਦਾ ਸੰਸਾਰਿਕ, ਜਦੋਂ ਅਸੀਂ ਸ਼ਬਦ ਬੋਲਦੇ ਹਾਂ, ਬੋਲਣਾ, ਜਦੋਂ ਤੱਕ ਅਸੀਂ ਬੋਲਾਂਗੇ ਨਹੀਂ ਉਦੋਂ ਤੱਕ ਅਸੀਂ ਆਪਣਾ ਕੋਈ ਵੀ ਭਾਵ ਪ੍ਰਗਟ ਨਹੀਂ ਕਰ ਸਕਦੇ। ਇਸੇ ਤਰ੍ਹਾਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸਵਾਸ ਤੇ ਸਾਡਾ ਅੰਦਰ ਗਿਆ ਹੈ ਤੇ ਬਾਹਰ ਆਣਾ ਲਾਜ਼ਮੀ ਹੈ। ਜਦੋਂ ਅਸੀਂ ਵਾਹਿਗੁਰੂ ਸਿਮਰਨ ਕਰਦੇ ਹਾਂ, ਜੇਕਰ ਅਸੀਂ ਅਧਿਆਤਮਿਕ ਸੰਸਾਰਿਕ ਜੀਵਨ ਦੇ ਨਾਲ ਅਸੀਂ ਅਗਰ ਅਧਿਆਤਮਿਕ ਜੀਵਨ ਲਈਏ, ਅਗਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਜੋ ਰਿਸ਼ੀ ਮੁਨੀ ਸੀਗੇ ਉਹ ਤੇ ਇਹਦੀ ਵੀ ਵਿਧੀ ਜਾਣਦੇ ਸੀ ਕਿ ਅਸੀਂ ਸਿਮਰਨ ਕਿਸ ਤਰ੍ਹਾਂ ਕਰਨਾ ਹੈ, ਪਰ ਸਾਨੂੰ ਨਹੀਂ ਪਤਾ। ਪਰ ਜਦੋਂ ਅਸੀਂ ਸਿਮਰਨ ਕਰਦੇ ਹਾਂ, ਸਾਡੇ ਜਦੋਂ ਅੰਦਰੋਂ ਦੀ ਵਾਹਿਗੁਰੂ ਜਦੋਂ ਅਸੀਂ ਮੂੰਹ ਤੋਂ ਉਚਾਰਦੇ ਹਾਂ, ਅਸੀਂ ਇਹ ਦੇਖਦੇ ਹਾਂ, ਅਸੀਂ ਸੁਣਦੇ ਹਾਂ ਕਿ ਅਸੀਂ ਜਦੋਂ ਮੂੰਹ ਤੋਂ ਵਾਹਿਗੁਰੂ ਸਿਮਰਨ ਕਰਦੇ ਹਾਂ ਜਾਂ ਅਸੀਂ ਕੋਈ ਵੀ ਸ਼ਬਦ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਸਾਡੇ ਉਹ ਕੰਨਾਂ 'ਚ ਜਾਣਾ ਚਾਹੀਦਾ, ਤਾਂ ਕਿ ਜੋ ਅਸੀਂ ਆਪਣੇ ਮੂੰਹ ਤੋਂ ਬੋਲੀਏ ਸਾਡੇ ਕੰਨਾਂ 'ਚ ਜਾ ਕੇ, ਸਾਡੇ ਮਸਤਿਸ਼ਕ 'ਚ ਜਾ ਕੇ, ਸਾਡੇ ਮਨ 'ਚ ਜਾ ਕੇ ਉਹ ਸਾਡੇ ਹਿਰਦੇ ਦੇ ਵਿੱਚ ਉਹ ਨਿਵਾਸ ਕਰੇ, ਸਾਡੇ ਹਿਰਦੇ ਦੇ ਵਿੱਚ ਉਹਦੇ ਭਾਵ ਪ੍ਰਗਟ ਹੋਣ, ਤਾਂ ਕਿ ਅਸੀਂ ਵਾਹਿਗੁਰੂ ਸਿਮਰਨ ਜੋ ਵੀ ਕਰਾਂ ਆਪ ਸਾਡੇ ਹਿਰਦੇ 'ਚ ਉਹ ਵਸੇ। इसी लिए बाणी कहती है, जे को खावै जे को पुंचै तिसका होए उधारो। जे असी बाणी अगर पढ़ के असी ਜਦੋਂ तक असी अपने मन च नहीं वसा ਲੈਂਦੇ ਉਦੋਂ तक साडा उधार नहीं ਹੁੰਦਾ। पर बाणी ਇਹ भी कहती है कि आखण औखा साचा नाम। बाणी ने क्या है कि परमात्मा ਦਾ नाम भजन बंदगी करना बहुत ही औखा है। किन्ना औखा है ये बाणी च ਇਹਦੇ 'ਚ भी उदाहरण दिता है कि बाणी नूं पढ़ना तो बहुत आसान है, असी पढ़ लैंदे हां, असी अपनी जुबान तो असी बाणी पढ़ लैंदे हां, पर अपने हिरदे विच वसाना, जिस तरह कि असी अपने श्वास लैके आए हैं, बाहर श्वास नूं अंदर लैके जाना तो ठीक है, पर जदों असी वाहिगुरू नूं सिमरन करदे हां ते वापस वो वाहिगुरू नूं असी अपने मूँह तो असी वापस अपने हिरदे तक किस तरह लैके जाइए। ਇਹ ਹੁੰਦਾ ਅਧਿਆਤਮਿਕ ਜੀਵਨ। ਅਸੀਂ ਕਿਸ ਤਰ੍ਹਾਂ, ਉਹ ਹੁੰਦਾ ਆਪਣੇ ਮਨ ਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਵਸਾਣਾ। ਉਹ ਪਰ ਬਾਣੀ 'ਚ ਇਹਦੇ 'ਚ ਕਬੀਰ ਜੀ ਨੇ ਇਹ ਵੀ ਲਿਖਿਆ ਹੈ ਕਿ ਇਹ ਇੰਨਾ ਔਖਾ ਹੈ ਆਪਣੇ ਮਨ 'ਚ ਵਸਾਣਾ, ਜਿਸ ਤਰ੍ਹਾਂ ਕਿ ਕੋਈ ਅਗਰ ਨਦੀ ਦਾ ਪ੍ਰਭਾਵ ਪਾਣੀ ਅਗਰ ਆ ਰਿਹਾ ਹੈ ਤੇ ਉਹਨੂੰ ਉਹਦੇ ਪ੍ਰਭਾਵ ਦੇ ਅਗੇਂਸਟ ਅਗਰ ਪਾਣੀ ਨੂੰ ਲੈ ਕੇ ਜਾਓ, ਇਹ ਉਹਨਾਂ ਔਖਾ ਹੈ ਕਿ ਅਸੀਂ ਆਪਣੇ ਮਨ ਦੇ ਵਿੱਚ ਬਾਣੀ ਨੂੰ ਅਸੀਂ ਕਿਸ ਤਰ੍ਹਾਂ ਵਸਾ ਸਕੀਏ। ਜੋ ਅਸੀਂ ਆਪਣੇ ਮੂੰਹ ਤੋਂ ਉਚਾਰਿਆ ਹੈ ਉਹ ਅਸੀਂ ਆਪਣੇ ਹਿਰਦੇ ਤੱਕ ਕਿਸ ਤਰ੍ਹਾਂ ਲੈ ਸਕੀਏ। ਇਸ ਲਈ ਮਨੁੱਖ ਸਾਨੂੰ ਜੋ ਮਨੁੱਖ ਜੀਵਨ ਮਿਲਿਆ ਹੈ, ਇਹ ਜਦੋਂ ਅਸੀਂ 84 ਲੱਖ ਜੂਨੀਆਂ ਭੋਗ ਕੇ ਸਾਡੇ ਅੱਛੇ ਕਰਮ ਹੁੰਦੇ ਨੇ ਕਿ ਜੋ ਕਿ ਸਾਨੂੰ ਬੜੀ ਮੁਸ਼ਕਲ ਦੇ ਨਾਲ ਮਨੁੱਖ ਦੇਹ ਮਿਲਦੀ ਹੈ, ਤਾਂ ਕਿ ਮਨੁੱਖ ਦੇਹ ਸਾਡਾ ਅਖੀਰੀ ਸਟੈਪ ਹੈ, ਕਿਉਂਕਿ ਇਸ ਮਨੁੱਖ ਦੇਹ 'ਚ ਹੀ ਆ ਕੇ ਅਸੀਂ ਪਰਮਾਤਮਾ ਦੇ ਨਾਲ ਮਿਲਣ ਵਾਸਤੇ, ਅਸੀਂ ਪਰਮਾਤਮਾ ਦੇ ਨਜ਼ਦੀਕ ਜਾਣ ਵਾਸਤੇ ਅਸੀਂ ਭਜਨ ਬੰਦਗੀ ਸਿਰਫ ਐਸੇ ਹੀ ਮਨੁੱਖਤਾ ਦੀ ਜੂਨ ਵਿੱਚ ਹੀ ਕਰ ਸਕਦੇ ਹਾਂ। ਅਗਰ ਅਸੀਂ ਅਗਰ ਅਸੀਂ ਇਸ ਮੌਕੇ ਤੇ ਅਸੀਂ ਫੇਲ ਹੋ ਗਏ ਤੇ ਫਿਰ ਅਸੀਂ ਬੈਕ ਟੂ ਦਾ ਸਕੁਅਰ ਵਨ, ਸਾਨੂੰ ਫਿਰ ਉਹੀ ਜੂਨਾਂ 'ਚ ਪੈ ਕੇ ਫਿਰ ਸਾਨੂੰ ਉਹੀ ਵਾਪਸ ਸਾਰੀ 84 ਲੱਖ ਜੂਨਾਂ ਭੋਗ ਕੇ ਹੀ ਸਾਨੂੰ ਇੱਥੋਂ ਤੱਕ ਪਹੁੰਚਣਾ ਪਏਗਾ। ਇਸ ਲਈ ਇਹ ਬਹੁਤ ਹੀ ਅਮੋਲ ਚੀਜ਼ ਸਾਨੂੰ ਬਾਬਾ ਜੀ ਨੇ ਦਿੱਤੀ ਹੈ, ਜੋ ਕਿ ਸਾਨੂੰ ਮਨੁੱਖ ਦਾ ਜੀਵਨ ਸਾਨੂੰ ਬਾਬਾ ਜੀ ਨੇ ਦਿੱਤਾ ਹੈ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਬਾਣੀ 'ਚ ਇਹ ਵੀ ਲਿਖਿਆ ਹੋਇਆ ਕਿ ਕੌਡੀਆਂ ਬਦਲੇ ਅਸੀਂ ਆਪਣਾ ਅਮੋਲਕ ਰਤਨ ਵਰਗਾ ਜੀਵਨ ਅਸੀਂ ਗਵਾ ਬੈਠਦੇ ਹਾਂ। ਤੇ ਮਨੁੱਖ ਦੇ ਜੀਣ ਦੇ ਵੀ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਅਸੀਂ ਜੀਵਨ ਜੀਣਾ। ਸਾਨੂੰ ਜਦੋਂ ਅਸੀਂ ਜੀਵਨ ਜੀਨੇ ਆ, ਆਪਣਾ ਸੰਸਾਰ ਦੇ ਉੱਤੇ ਜੀਵਨ ਜੀਨੇ ਆ, ਤੇ ਸਾਨੂੰ ਅਸੀਂ ਕਈ ਲੋਕਾਂ ਦੇ ਨਾਲ ਅਸੀਂ ਸੰਬੰਧ 'ਚ ਰਹਿਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਸੋਸ਼ਲੀ ਅਸੀਂ ਰਹਿੰਦੇ ਹਾਂ। ਤੇ ਜਦੋਂ ਸੰਬੰਧ ਬਣਾਉਂਦੇ, ਜੋ ਧਾਰਮਿਕ ਲੋਕ ਨੇ, ਜੋ ਸਿਆਣੇ, ਜੋ ਮਹਾਂਪੁਰਸ਼ ਲੋਕ ਨੇ, ਜਿਨ੍ਹਾਂ ਨੇ ਭਜਨ ਬੰਦਗੀ ਕੀਤੀ ਹੋਈ ਹੈ, ਉਹ ਤੇ ਇਹ ਵੀ ਕਹਿੰਦੇ ਨੇ ਕਿ ਜਦੋਂ ਅਸੀਂ ਆਪਣਾ ਕਿਸੇ ਦੇ ਨਾਲ ਸੰਬੰਧ ਬਣਾਉਂਦੇ ਹਾਂ ਤੇ ਸਾਨੂੰ ਬਹੁਤ ਹੀ ਸੋਚ ਸਮਝ ਕੇ ਸੰਬੰਧ ਬਣਾਉਣਾ ਚਾਹੀਦਾ ਹੈ। ਕਿਉਂਕਿ ਸੰਗਤ ਦਾ ਅਸਰ ਸਾਡੇ ਤੇ ਬਹੁਤ ਜ਼ਿਆਦਾ ਹੁੰਦਾ ਹੈ। ਇਸ ਲਈ ਜਦੋਂ ਅਸੀਂ ਮਨੁੱਖ ਜੀਵਨ ਵੀ ਬਾਣੀ ਦੇ ਅਨੁਸਾਰ ਮਨੁੱਖ ਜੀਵਨ ਜੀਣ ਦੇ ਵੀ 4 ਢੰਗ ਹੁੰਦੇ ਨੇ। 4 ਢੰਗ ਕਿਹੜੇ ਹੁੰਦੇ ਨੇ ਕਿ
ਪਹਿਲਾ ਢੰਗ ਹੁੰਦਾ ਹੈ, ਅਗਰ ਮਨੁੱਖ ਚਾਹੇ, ਅਗਰ ਅਸੀਂ ਚਾਹੇ, ਅਸੀਂ ਆਪਣੇ ਲਾਲਚ ਦੇ ਨਾਲ, ਅਸੀਂ ਆਪਣੇ ਸਵਾਰਥ ਦੇ ਨਾਲ, ਕਈ ਵਾਰੀ ਮਨੁੱਖ ਇੰਨਾ ਜ਼ਿਆਦਾ ਗਿਰ ਜਾਂਦਾ ਹੈ, ਇੰਨੇ ਨੀਚ ਕਰਮ ਵੀ ਕਰਨ ਲੱਗ ਪੈਂਦਾ ਹੈ ਕਿ ਉਹ ਫਿਰ ਪਸ਼ੂ ਦੀ ਜ਼ਿੰਦਗੀ, ਜਿਸ ਤਰ੍ਹਾਂ ਕਰਤੂਤ ਪਸ਼ੂ ਕੀ ਮਾਨਸ ਜਾਤ, ਇਹ ਵੀ ਬਾਣੀ 'ਚ ਇਹਦਾ ਐਗਜ਼ਾਮਪਲ ਸਾਨੂੰ ਬਾਣੀ ਨੇ ਦੱਸਿਆ ਹੈ ਕਿ ਮਨੁੱਖ ਸੰਸਾਰ ਦੇ ਅੱਖਾਂ ਦੇ ਵਿੱਚ ਅੱਛਾ ਬਣਨ ਵਾਸਤੇ ਉਹ ਕਰਮ ਕਰਨੇ ਸ਼ੁਰੂ ਕਰ ਦਿੰਦਾ ਜੋ ਕਿ ਸਾਡੇ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੁੰਦੇ। ਤੇ ਕਰਤੂਤ ਸਾਨੂੰ ਜਨਮ ਤੇ ਦੇਹ ਤੇ ਮਨੁੱਖ ਦੀ ਮਿਲਦੀ ਹੈ, ਪਰ ਅਸੀਂ ਸਾਡੇ ਕਰਮ ਹੁੰਦੇ ਨੇ ਉਹ ਪਸ਼ੂਆਂ ਵਰਗੇ ਕਰਮ ਹੁੰਦੇ ਨੇ। ਤੇ ਇੱਕ ਹੁੰਦਾ ਹੈ ਕਿ ਅਸੀਂ ਜਾਂ ਤੇ ਪਸ਼ੂ ਦਾ ਜੀਵਨ ਅਸੀਂ ਦੇਖ ਲਈਏ, ਸੈਕਿੰਡ ਆਂਦਾ ਉਸ ਤੋਂ ਉੱਚਾ ਅਸੀਂ ਮਨੁੱਖ ਵਰਗਾ ਹੀ ਅਸੀਂ ਆਪਣਾ ਜੀਵਨ ਬਤੀਤ ਕਰੀਏ, ਤੀਸਰਾ ਆਂਦਾ ਅਸੀਂ ਦੇਵਤਿਆਂ ਵਰਗਾ ਆਪਣਾ ਮਨੁੱਖ ਜੀਵਨ ਬਤੀਤ ਕਰੀਏ, ਔਰ ਚੌਥਾ ਆਂਦਾ ਅਸੀਂ ਪਰਮਾਤਮਾ ਦੇ ਵਰਗਾ ਅਸੀਂ ਆਪਣਾ ਜੀਵਨ ਬਣਾਉਣ ਦੀ ਅਸੀਂ ਕੋਸ਼ਿਸ਼ ਕਰੀਏ। ਹੁਣ ਇੱਥੇ ਦੋਨਾਂ ਤੇ ਹੈ ਕਿ ਅਗਰ ਅਸੀਂ ਨੀਚੇ ਤੋਂ ਨੀਚਾ ਕਰਮ ਕਰਦੇ ਹਾਂ ਤੇ ਅਸੀਂ ਪਸ਼ੂਆਂ ਵਰਗੇ ਹਾਂ, ਪਰ ਅਗਰ ਅਸੀਂ ਉਹੀ ਅੱਛੇ ਕਰਮ ਕਰਕੇ ਬਾਣੀ ਦੇ ਨਾਲ ਜੁੜ ਕੇ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਤੇ ਹਰ ਕਾ ਭਗਤ ਹਰ ਹੀ ਜਿਆ, ਕਿ ਜੋ ਭਗਤ ਹੁੰਦਾ ਹੈ, ਜੋ ਪਰਮਾਤਮਾ ਦਾ ਨਾਮ ਲੈਂਦਾ ਹੈ, ਜੋ ਜੀਵਨ ਆਪਣਾ ਪਰਮਾਤਮਾ ਦੇ ਕਹੇ ਅਨੁਸਾਰ ਜੋ ਬਤੀਤ ਕਰਦਾ ਹੈ, ਉਹਦਾ ਜੀਵਨ ਵੀ ਫਿਰ ਉਹਦਾ ਰੂਪ ਵੀ ਪਰਮਾਤਮਾ ਵਰਗਾ ਹੋ ਜਾਂਦਾ ਹੈ। ਹੁਣ ਅਸੀਂ ਜੋ ਇਹ ਵਾਲਾ ਸਮਾਂ ਚੱਲ ਰਿਹਾ ਹੈ, ਜੋ ਕਲਯੁਗ ਦਾ ਸਮਾਂ ਚੱਲ ਰਿਹਾ ਹੈ, ਇੱਥੇ ਹਰ ਇੱਕ ਕੋਈ ਪਸ਼ੂ ਦੇ ਜੀਵਨ ਵਾਂਗੂ ਜੀ ਰਿਹਾ ਹੈ। ਕਿਸ ਤਰ੍ਹਾਂ ਜੀ ਰਿਹਾ ਹੈ ਕਿ ਮਨੁੱਖ ਤੋਂ ਦੂਰ ਹੈ, ਉਹਨੂੰ ਕੋਈ ਨਹੀਂ। ਬਾਣੀ ਵੀ ਕਹਿੰਦੀ ਹੈ ਕਿ ਕੋ ਕਾਹੂ ਕੋ ਨਹੀਂ, ਕੋਈ ਵੀ ਕਿਸੇ ਵਾਸਤੇ ਨਹੀਂ ਹੈ, ਸਾਰਿਆਂ ਨੇ ਆਪਣਾ ਮਤਲਬ ਦੇਖਣਾ, ਆਪਣਾ ਸਵਾਰਥ ਦੇਖਣਾ, ਔਰ ਆਪਣਾ ਸਵਾਰਥ ਪੂਰਤੀ ਕਰਨ ਵਾਸਤੇ ਮਨੁੱਖ ਇਹ ਵੀ ਨਹੀਂ ਦੇਖਦਾ ਕਿ ਮੈਂ ਕਿਸੇ ਨੂੰ ਧੋਖਾ ਦੇ ਰਿਹਾ ਜਾਂ ਮੈਂ ਕੀ ਕਰਨ ਆਇਆ ਸੀ ਤੇ ਮੈਂ ਕੀ ਕਰ ਰਿਹਾ। ਕਬੀਰ ਜੀ ਵੀ ਕਹਿੰਦੇ ਨੇ, ਕਹਿਤ ਕਬੀਰ ਕੋਈ ਨਹੀਂ ਤੇਰਾ। ਕਬੀਰ ਜੀ ਨੇ ਵੀ ਕਿਹਾ ਹੈ ਕਿ ਕੋਈ ਵੀ ਮਨੁੱਖ ਕਿਸੇ ਵਾਸਤੇ, ਜਿਸ ਤਰ੍ਹਾਂ ਇੱਕ ਪਸ਼ੂ ਦੂਸਰੇ ਕੋਲੋਂ ਰੋਟੀ ਵੀ ਛੀਨ ਲੈਂਦਾ, ਚਪਟਾ ਵੀ ਕਰਦਾ, ਲੜਾਈ ਵੀ ਕਰਦਾ ਹੈ, ਇਸੇ ਤਰ੍ਹਾਂ ਉਹ ਹੀ ਮਨੁੱਖ ਆਪਣੇ ਜੀਵਨ ਵਿੱਚ ਅੱਜ ਕੱਲ੍ਹ ਕੋਈ ਕੁਝ ਕਰ ਰਿਹਾ ਹੈ। ਹੁਣ ਇਹ 'ਚ ਬਾਣੀ 'ਚ ਹੋਰ ਵੀ ਐਗਜ਼ਾਮਪਲਸ ਬੜੇ ਦਿੱਤੇ ਨੇ, ਜਿਸ ਤਰ੍ਹਾਂ ਸਹਿਸਕ੍ਰਿਤੀ ਬਾਣੀ ਦੇ ਵਿੱਚ ਆ ਜਾਂਦਾ ਹੈ ਕਿ ਕੁੱਕਰ ਦਾ ਤੇ ਨਾ ਐਗਜ਼ਾਮਪਲ ਆ ਹੀ ਗਿਆ, ਪਰ ਉਹ ਗਿੱਦੜ ਜਿਵੇਂ ਵੀ ਜੀਂਦਾ ਹੈ। ਕਿਸ ਤਰ੍ਹਾਂ ਜੀਂਦਾ ਹੈ? ਇੱਕ ਤੇ ਉਹ ਗਲਤ ਕਰਮ ਕਰਦਾ ਹੈ, ਮਨੁੱਖ ਗਲਤ ਕਰਮ ਕਰਦਾ ਹੈ, ਫਿਰ ਉਹ ਡਰਦਾ ਵੀ ਹੈ ਕਿ ਇਹ ਮੇਰੇ ਕਰਮ ਕਿਸੇ ਨੂੰ ਪਤਾ ਨਾ ਲੱਗ ਜਾਣ, ਤੇ ਇਸ ਲਈ ਉਹ ਡਰਦਾ ਵੀ ਹੈ, ਔਰ ਪਰਮਾਤਮਾ ਨੂੰ ਤੇ ਉਹ ਭੁੱਲ ਜਾਂਦਾ, ਇਸੇ ਲਈ ਉਹ ਐਸ ਕਰਮਾਂ ਦੇ ਵਿੱਚ ਪੈ ਜਾਂਦਾ। ਔਰ ਫਿਰ ਬਾਣੀ 'ਚ ਐਗਜ਼ਾਮਪਲ ਗਧੇ ਦਾ ਵੀ ਦਿੱਤਾ ਹੈ ਕਿ ਜਿਸ ਤਰ੍ਹਾਂ ਉਹ ਆਪਣੇ ਜ਼ਿੰਦਗੀ ਹਮੇਸ਼ਾ ਭਾਰ ਢੋਈ ਰੱਖਦਾ ਆਪਣੇ ਸਿਰ, ਆਪਣੇ ਪਿੱਠ ਦੇ ਉੱਤੇ, ਉਸੇ ਤਰ੍ਹਾਂ ਮਨੁੱਖ ਵੀ ਆਪਣੇ ਸਿਰ ਦੇ ਉੱਤੇ ਹੰਕਾਰ ਦਾ ਭਾਰ, ਹੰਕਾਰ ਦੀ ਪੰਡ ਆਪਣੇ ਸਿਰ ਤੇ ਚੁੱਕ ਕੇ ਆਪਣਾ ਜੀਵਨ ਬਤੀਤ ਕਰਦਾ। ਇਸ ਤੋਂ ਉੱਚਾ ਅਗਰ ਮਨੁੱਖ ਬਾਬਾ ਜੀ ਦੇ, ਜਦੋਂ ਬਾਬਾ ਜੀ ਦੀ ਥੋੜੀ ਉਹਦੇ ਤੇ ਕਿਰਪਾ ਹੋ ਜਾਂਦੀ ਹੈ, ਅਗਰ ਉਹ ਬਾਬਾ ਜੀ ਨੇ ਸੋਝੀ ਤੇ ਉਹਨੂੰ ਦਿੱਤੀ ਹੋਈ ਹੈ ਕਿ ਅਸੀਂ ਇਹ ਕੀ ਕਰਨ ਆਇਆ, ਪਰ ਅਸੀਂ ਇਹ ਵਿਸਰ ਜਾਂਦੇ ਹਾਂ ਕਿ ਅਸੀਂ ਇੱਥੇ ਕੀ ਕਰਨ ਆਏ ਹਾਂ। ਅਗਰ ਮਨੁੱਖਤਾ ਜਿਸ ਤਰ੍ਹਾਂ ਆਪਣੇ ਬਰਾਬਰ ਅਗਰ ਕਿਸੇ ਨੂੰ ਸਮਝੇ ਕਿ ਜਿਸ ਤਰ੍ਹਾਂ ਮਸਕੀਨ ਜੀ ਕਹਿੰਦੇ ਨੇ ਕਿ ਕੋਈ ਵੀ ਮਨੁੱਖ ਹੈ ਉਹਦੇ ਵਿੱਚ ਹੰਕਾਰ ਹੁੰਦਾ ਹੈ, ਉਹਦੇ ਵਿੱਚ ਬਲ ਹੁੰਦਾ ਹੈ, ਉਹ ਦੂਸਰੇ ਉਹਨੂੰ ਉਹਦੇ 'ਚ ਸ਼ਕਤੀ ਦਾ, ਉਹਦੇ 'ਚ ਹੰਕਾਰ ਹੁੰਦਾ ਹੈ। ਅਗਰ ਉਹ ਇਸ ਦਾ ਇੱਕ ਤੋੜ ਹੈ, ਅਗਰ ਉਹ ਆਪਣੇ ਇਕੁਅਲ ਦੂਸਰੇ ਨੂੰ ਆਪਣੇ ਇਕੁਅਲ ਸਮਝੇ, ਅਗਰ ਕਿਸੇ ਦੇ ਕੋਲ ਬਲ ਹੈ ਉਹ ਦੂਸਰੇ ਨੂੰ ਵੀ ਓਨਾ ਹੀ ਬਲਸ਼ਾਲੀ ਸਮਝੇ, ਅਗਰ ਕਿਸੇ ਕੋਲ ਰੂਪ ਹੈ ਤੇ ਦੂਸਰੇ ਨੂੰ ਵੀ ਉਹ ਓਨਾ ਹੀ ਰੂਪਵਾਨ ਸਮਝੇ, ਅਗਰ ਕਿਸੇ ਕੋ ਗਿਆਨ ਹੈ ਤੇ ਦੂਸਰੇ ਬੰਦੇ ਨੂੰ ਵੀ ਉਹ ਓਨਾ ਹੀ ਗਿਆਨਵਾਨ ਸਮਝੇ, ਆਪਣੇ ਅਗਰ ਇਕੁਅਲ ਸਮਝੇਗਾ ਤੇ ਉਹ ਫਿਰ ਉਹ ਆ ਜਾਂਦੀ ਹੈ। ਫਿਰ ਮਨੁੱਖਤਾ ਦਾ ਜਨਮ ਉੱਥੋਂ ਦੀ ਸ਼ੁਰੂ ਹੁੰਦਾ, ਜਦੋਂ ਉਹ ਦੂਸਰੇ ਮਨੁੱਖ ਨੂੰ ਆਪਣੇ ਇਕੁਅਲ ਟਰੀਟ ਕਰਨਾ ਸ਼ੁਰੂ ਕਰ ਦਿੰਦਾ।
ਉਸ ਤੋਂ ਅਗਰ ਉੱਪਰ ਉਸ ਤੋਂ ਉਹਦੀ ਅਪਰ ਲੈਵਲ ਕੀ ਆਂਦੀ ਹੈ, ਜਦੋਂ ਦੇਵਤਿਆਂ ਜਿਵੇਂ ਜਦੋਂ ਉਹਦੇ ਵਿੱਚ ਭਾਵ ਆ ਜਾਂਦਾ ਹੈ ਕਿ ਮੈਂ ਹੁਣ ਕਿਸੇ ਤੋਂ ਕੁਰਬਾਨ ਜਾਵਾਂ, ਮੈਂ ਇਹਦਾ ਭਲਾ ਕਰਾਂ, ਮੈਂ ਇਹਦੀ ਹੈਲਪ ਕਰਾਂ, ਮੈਂ ਇਹਦੇ ਆਊਟ ਆਫ ਦਾ ਵੇ ਜਾ ਕੇ ਇਹਦੀ ਹੈਲਪ ਕਰਾਂ, ਉਹਦੇ ਤੇ ਚ ਫਿਰ ਉਹਦੇ ਚ ਦੇਵਤਿਆਂ ਦੇ ਉਹਦੇ ਗੁਣ ਆਣੇ ਸ਼ੁਰੂ ਹੋ ਜਾਂਦੇ ਨੇ। ਔਰ ਇਹ ਕਦੋਂ ਆਉਂਦੇ ਨੇ? ਅਗਰ ਜਦੋਂ ਅਸੀਂ ਬਾਣੀ ਦੇ ਨਾਲ ਜੁੜਦੇ ਹਾਂ, ਬਾਣੀ ਦੇ ਨਾਲ ਜਦੋਂ ਅਸੀਂ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਾਂ, ਤੇ ਉਦੋਂ ਫਿਰ ਇਹ ਗੁਣ ਉਹਦੇ 'ਚ ਆਣੇ ਸ਼ੁਰੂ ਹੋ ਜਾਂਦੇ ਨੇ। ਔਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਸਾਨੂੰ ਬਾਣੀ ਤੇ ਜਦੋਂ ਭਰੋਸਾ ਅਸੀਂ ਕਰਦੇ ਹਾਂ, ਬਾਣੀ ਸਿਰਫ ਪੜ੍ਹਨੀ ਨਹੀਂ ਹੈ, ਅਗਰ ਬਾਣੀ ਅਸੀਂ ਆਪਣੇ ਮਨ 'ਚ ਵਸਾਈ ਹੈ ਔਰ ਬਾਣੀ ਤੇ ਅਸੀਂ ਭਰੋਸਾ ਕਰਦੇ ਹਾਂ, ਤੇ ਉਦੋਂ ਫਿਰ ਜਿਸ ਤਰ੍ਹਾਂ ਇੱਕ ਅੰਧਕਾਰ ਦੇ ਵਿੱਚ ਜਦੋਂ ਅਸੀਂ ਕੋਈ ਲਾਈਟ ਜਲਾਉਂਦੇ ਹਾਂ ਤੇ ਅੰਧਕਾਰ ਨੂੰ ਜਾਣ 'ਚ ਉਹਦੇ 'ਚ ਕੋਈ ਟਾਈਮ ਨਹੀਂ ਲੱਗਦਾ। ਜਿਸ ਤਰ੍ਹਾਂ ਅਗਰ ਅਸੀਂ ਕੈਂਡਲ ਜਲਾਈ ਹੈ ਤੇ ਅੰਧੇਰੇ ਨੂੰ 1 ਮਿੰਟ ਲੱਗੇਗਾ ਜਾਣ ਨੂੰ, ਉਸ ਤਰ੍ਹਾਂ ਹੀ ਅਗਰ ਗਿਆਨ ਸਾਡੇ ਬਾਣੀ ਸਾਨੂੰ ਗਿਆਨ ਦਿੰਦੀ ਹੈ, ਅਗਰ ਬਾਣੀ ਅਸੀਂ ਵਸਾ ਕੇ ਬਾਣੀ ਸਾਨੂੰ ਗਿਆਨ ਦਿੰਦੀ ਹੈ, ਤੇ ਗਿਆਨ ਇੱਕਦਮ ਜਦੋਂ ਸਾਨੂੰ ਰੋਸ਼ਨੀ 'ਚ ਲੈ ਕੇ ਜਾਂਦਾ ਤੇ ਉਹ ਫਿਰ ਸਾਨੂੰ ਪਰਮਾਤਮਾ ਦੇ ਨਜ਼ਦੀਕ ਲੈ ਕੇ ਜਾਂਦਾ। ਜਦੋਂ ਅਸੀਂ ਪਰਮਾਤਮਾ ਦੇ ਨਾਲ ਨਜ਼ਦੀਕ ਜਾਂਦੇ ਹਾਂ, ਉਦੋਂ ਹੀ ਉਦੋਂ ਵਾਹਿਗੁਰੂ ਸਾਡੇ ਤੇ ਇੰਨੀ ਮਿਹਰ ਕਰਦੇ ਨੇ ਕਿ ਸਾਡੇ ਜਨਮਾਂ ਜਨਮ ਦੇ ਪਾਪ ਜਿਸ ਤਰ੍ਹਾਂ 1 ਮਿੰਟ 'ਚ ਅੰਧੇਰਾ ਦੂਰ ਹੁੰਦਾ ਹੈ, ਉਸੇ ਤਰ੍ਹਾਂ 1 ਮਿੰਟ ਲੱਗਦਾ ਹੈ ਕਿ ਬਾਬਾ ਜੀ ਸਾਡੇ ਦੇ ਉੱਤੇ ਇੰਨੀ ਕਿਰਪਾ ਕਰਦੇ ਨੇ ਕਿ ਸਾਡੇ ਸਾਰੇ ਅਵਗੁਣ ਉਹ ਬਖਸ਼ ਲੈਂਦੇ ਨੇ। ਕਿਸ ਤਰ੍ਹਾਂ ਬਖਸ਼ ਲੈਂਦੇ ਨੇ? ਬਾਣੀ ਵੀ ਲਿਖਦੀ ਹੈ ਕਿ ਬਾਣੀ ਵੀ ਸਾਨੂੰ ਸਮਝਾਉਂਦੀ ਹੈ, ਸਾਨੂੰ ਬਾਣੀ ਨੇ ਵੀ ਦੱਸਿਆ ਹੈ ਕਿ ਸਾਡੇ ਕਿੰਨੇ ਵੀ ਅਵਗੁਣ ਹੋਣ, ਅਗਰ ਅਸੀਂ ਵਾਹਿਗੁਰੂ ਦੀ ਸ਼ਰਨ 'ਚ ਜਾਂਦੇ ਹਾਂ, ਅਸੀਂ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਹਾਂ, ਤੇ ਉਹ ਸਾਨੂੰ ਜਿਸ ਤਰ੍ਹਾਂ ਕਿ ਕਿੰਨੇ ਵੀ ਗੰਦੇ ਨਾਲੇ ਨਦੀਆਂ ਗੰਦਾ ਪਾਣੀ ਅਗਰ ਸਮੁੰਦਰ 'ਚ ਜਾ ਕੇ ਉਹਦੇ 'ਚ ਮਿਲ ਜਾਂਦਾ ਹੈ, ਤੇ ਉਹ ਫਿਰ ਗੰਦਾ ਪਾਣੀ ਨਹੀਂ ਰਹਿੰਦਾ, ਉਹ ਫਿਰ ਉਹ ਸਾਗਰ ਹੀ ਬਣ ਜਾਂਦਾ, ਉਹ ਸਮੁੰਦਰ ਹੀ ਬਣ ਜਾਂਦਾ। ਅਗਰ ਅਸੀਂ ਪਛਤਾਤਾਪ ਕਰਕੇ ਅਸੀਂ ਆਪਣੇ ਅਵਗੁਣ ਛੱਡ ਕੇ ਅਗਰ ਅਸੀਂ ਬਾਬਾ ਜੀ ਦੇ ਲੜ ਲੱਗ ਜਾਈਏ, ਬਸ ਅਗਰ ਬਾਬਾ ਜੀ ਦੇ ਕਹੇ ਅਨੁਸਾਰ ਅਸੀਂ ਆਪਣਾ ਜੀਵਨ ਬਤੀਤ ਕਰੀਏ, ਤੇ ਬਾਬਾ ਜੀ ਵੀ ਸਾਡੇ ਅਵਗੁਣ ਬਖਸ਼ ਕੇ ਸਾਨੂੰ ਉਹ ਇੰਨੇ ਦਿਆਲੂ ਨੇ ਕਿ ਸਾਨੂੰ ਉਹ ਆਪਣੀ ਸ਼ਰਨ ਵਿੱਚ ਲੈ ਲੈਂਦੇ ਨੇ ਔਰ ਸਾਡੇ ਅਵਗੁਣ ਬਖਸ਼ ਦਿੰਦੇ ਨੇ। ਜੋ ਅੱਜ ਦਾ ਜਿਹੜਾ ਇਹ ਸ਼ਬਦ ਹੈਗਾ ਹੈ ਕਿ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ। ਜੀਵਨ ਬਾਣੀ ਸਾਨੂੰ ਬਹੁਤ ਵਾਰੀ ਸਾਨੂੰ ਸਮਝਾਉਂਦੀ ਹੈ ਕਿ ਜੋ ਸਾਨੂੰ ਇਹ ਜੀਵਨ ਮਿਲਿਆ ਇਹ ਇੱਕ ਬੁਲਬੁਲੇ ਦੀ ਤਰ੍ਹਾਂ ਹੈ, ਸਾਨੂੰ ਅਗਲਾ ਸਵਾਸ ਆਇਆ ਕਿ ਨਹੀਂ ਆਇਆ ਸਾਨੂੰ ਕੁਝ ਪਤਾ ਨਹੀਂ, ਇਸ ਲਈ ਅਸੀਂ ਇਹ ਜੀਵਨ ਨੂੰ ਸੱਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਦਾਨੰ। ਅਸੀਂ ਪਰਮਾਤਮਾ ਨੂੰ ਤੇ ਭੁੱਲ ਜਾਂਦੇ ਹਾਂ, ਜੋ ਕਿ ਪਰਮਾਤਮਾ ਸੱਚ ਹੈ ਅਸੀਂ ਉਹਨੂੰ ਭੁੱਲ ਜਾਂਦੇ ਹਾਂ, ਪਰ ਬਾਕੀ ਜੋ ਸੰਸਾਰਿਕ ਚੀਜ਼ਾਂ ਨੇ ਅਸੀਂ ਉਹਨਾਂ ਈਵਨ ਅਸੀਂ ਆਪਣਾ ਜੀਵਨ ਨੂੰ ਵੀ ਸਾਡੇ ਜੀਵਨ ਦਾ ਪਤਾ ਨਹੀਂ ਹੈ ਕਿ ਅਗਲੇ क्षण ਸਾਡਾ ਜੀਵਨ ਹੈ ਜਾਂ ਨਹੀਂ ਹੈ, ਪਰ ਅਸੀਂ ਆਪਣੇ ਜੀਵਨ ਨੂੰ ਵੀ ਮੰਨ ਲੈਂਦੇ ਹਾਂ ਕਿ ਅਸੀਂ ਕੱਲ ਇਹ ਕਰਾਂਗੇ ਪਰਸੋਂ ਇਹ ਕਰਾਂਗੇ, ਔਰ ਜਿੰਨੀਆਂ ਵੀ ਦੁਨਿਆਵੀ ਚੀਜ਼ਾਂ ਹੈ ਅਸੀਂ ਉਹਨਾਂ ਨੂੰ ਸੱਚ ਕਰਕੇ ਮੰਨ ਲੈਂਦੇ ਹਾਂ, ਪਰ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਬਾਬਾ ਮਾਇਆ ਮੋਹਿਤ ਕੀਨ, ਔਰ ਮਾਇਆ ਦੇ ਚੱਕਰਾਂ 'ਚ ਮਾਇਆ ਦੇ ਵਿੱਚ ਲੱਗ ਕੇ ਅਸੀਂ ਆਪਣੇ ਕਰਮ ਖਰਾਬ ਕਰ ਲੈਂਦੇ ਹਾਂ। ਜੋ ਸਾਨੂੰ ਕਰਮ ਨਹੀਂ ਵੀ ਕਰਨੇ ਚਾਹੀਦੇ ਉਹ ਅਸੀਂ ਮਾਇਆ ਦੇ ਪਿੱਛੇ ਲੱਗ ਕੇ ਆਪਣੇ ਵਿਕਾਰਾਂ ਦੇ ਪਿੱਛੇ ਲੱਗ ਕੇ ਅਸੀਂ ਉਹ ਕਰਮ ਕਰਨੇ ਸ਼ੁਰੂ ਕਰ ਦਿੰਦੇ ਹਾਂ। ਜਿਨ ਗਿਆਨ ਰਤਨ ਹਰ ਲੀਨ, ਔਰ ਜਿਹੜੀ ਇਹ ਮਾਇਆ ਹੈ ਨਾ, ਸਾਨੂੰ ਬਾਬਾ ਜੀ ਨੇ ਸਾਨੂੰ ਗਿਆਨ ਸਾਨੂੰ ਰਤਨ ਸਾਡੇ ਦਿਮਾਗ ਦੇ ਵਿੱਚ ਬਾਬਾ ਜੀ ਨੇ ਮੱਤ ਵਿੱਚ ਰਤਨ ਜਵਾਹਰ ਮਾਣਿਕ ਸਾਡੀ ਮੱਤ ਦੇ ਵਿੱਚ ਬਾਬਾ ਜੀ ਨੇ ਸਾਨੂੰ ਜੈਮ ਸਾਡੇ ਰਤਨ ਸਾਡੇ ਦੇ ਕੇ ਭੇਜੇ ਨੇ। ਇਹ ਰਤਨ ਕਿਹੜੇ ਹੁੰਦੇ ਨੇ? ਇਹ ਗਿਆਨ ਦੇ ਰਤਨ ਹੁੰਦੇ ਨੇ। ਪਰ ਉਹ ਗਿਆਨ ਦੇ ਰਤਨ ਸਾਨੂੰ ਕਿਸ ਤਰ੍ਹਾਂ ਸਾਨੂੰ ਮਿਲਣਗੇ? ਜੇ ਗੁਰੂ ਕੀ ਗਿਆਨ ਰਤਨ ਮਾਰੇ, ਜੇ ਗੁਰੂ ਕੀ ਸਿੱਖ ਸੁਣੀ, ਜੇ ਅਸੀਂ ਬਾਬਾ ਜੀ ਦਾ ਅਸੀਂ ਅਗਰ ਬਾਬਾ ਜੀ ਦੇ ਕਹੇ ਅਨੁਸਾਰ ਚੱਲਾਂਗੇ ਤੇ ਸਾਨੂੰ ਫਿਰ ਗਿਆਨ ਮਿਲੇਗਾ, ਤੇ ਫਿਰ ਸਾਡੇ ਇੰਦਰੀਆਂ ਖੁੱਲਦੀਆਂ ਨੇ ਕਿ ਸਾਨੂੰ ਅਸੀਂ ਕੀ ਕਰਨ ਆਏ ਸੀ ਤੇ ਅਸੀਂ ਕੀ ਕਰ ਰਹੇ ਹਾਂ। ਨੈਣ ਦੇਖ ਪਤੰਗ ਉਰਜੈ ਪਸ ਨਾ ਦੇਖੇ ਆਗ। ਜਿਸ ਤਰ੍ਹਾਂ ਇੱਥੇ ਐਗਜ਼ਾਮਪਲ ਦਿੱਤਾ, ਜਿਸ ਤਰ੍ਹਾਂ ਪਤੰਗਾ ਹੁੰਦਾ ਹੈ ਉਹ ਅੱਗ ਨੂੰ ਦੇਖ ਕੇ ਉਹਦੇ ਵੱਲ ਅਟਰੈਕਟ ਹੋ ਜਾਂਦਾ, ਪਰ ਉਹਨੂੰ ਆਪਣਾ ਅੰਤ ਨਹੀਂ ਪਤਾ ਹੁੰਦਾ
कि अग वाल जाके मैं अग दे नेड़े जावांगा ते मैं जल जावांगा। इस तरह ही असी मनुख हैगे आ कि असी संसार दी चका चौंध च देख के असी उहदे वल इन्ने ज़्यादा अट्रैक्ट हो जाने आ कि असी अपना अंत भुल जाने कि सानू निबेड़े साडे कर्मां दे निबेड़े उस वाहिगुरू दी दरगाह च होणगे ते फिर असी उत्थे किहड़ा मूँह दिखावांगे। काल फांस ना मुगद चेतै कनक कामन लाग। और असी ये सब कुछ भुल जाने कि साडा अंत मुगद सानू गवारा तो गवार भी बाबा जी ने क्या है कि ये मनुख तो इन्ना गवार है कि असी ये सारी संसारिक चीज़ों दे विच असी इन्ने अपने आप नू असी गवा लैने कि असी अपना भुल जाने कि जदों साडा एंड आ गया, जदों सानू बाबा जी दे सामने सानू खड़ा कीता, साडे जदों कर्मां दा लेखा जोखा कीता ते असी फिर उन्हां नू असी की मूँह दिखावांगे। कर विचार विकार परहर तरन तारन सोए। कहते कर विचार, अगर असी विचार करांगे, असी बैठ के अगर असी विचारांगे, गुरबाणी विचारांगे कि असी की करन आए सी और असी की कर रहे हैं, अगर असी विचार करांगे गुरबाणी ते विकार परहर जो साडे फिर विकार ने ना साडे ओ गुरबाणी ओ साडा जिहड़ा बाबा जो हैगे ओ साडे विकार हरे जाणगे पर दूर कीते जाणगे। तरन तारन सोए और उस ओ परमात्मा नू जिहड़ा कि सानू ए संसार जो हैगा इहदे च सानू जो तरन जिहड़ा संसार रूपी सागर है ये सानू तरन वास्ते साडी हैल्प करेगा। कह कबीर जग जीवन ऐसा दुतिया ना ही कोई। कहते इत्थे दो जग जीवन आए ने, एक जग अलग है जीवन अलग है। जिहड़ा पहला जग अलग जीवन अलग है वो इस संसार च जीवन, और यह वाला जिहड़ा जग जीवन है ये इकट्ठा जग जीवन है। तो परमात्मा वास्ते ये जग जीवन है कि कबीर जी कहते हैं कि वो जग जीवन वो तो इहो जिहा हैगा कि साहिब मेरा एको है बई एक, वो तो वाहिगुरू इको ही है। और वो इन्ना दयालु है कि वो साडे विकार अगर असी उन्हां दी गुरबाणी असी अपने मन च वसाईए तो वो साडे विकार दूर कर दिंदे ने और वो सानू इस संसार तो साडे मदद करते हैं, सानू इस संसार तो साडी कृपा करते हैं कि इहदे तो साडा उद्धार हो सके। ते एने बोलिया चुकिया माफ़ कर देना, कोई गलती हो गई होएगी तो साथ संगत जी माफ़ कर देना। हुण असी शब्द पढ़ते हैं। जीवन ऐसा सुपने जैसा, सुपने जैसा, सुपने जैसा, जग जीवन ऐसा सुपने जैसा, सुपने जैसा, सुपने जैसा, जीवन सुपन समानं, जीवन सुपन समानं, जग जीवन ऐसा सुपने जैसा, सुपने जैसा, सुपने जैसा, जग जीवन ऐसा सुपने जैसा, सुपने जैसा, सुपने जैसा।
सुपने समानं जीवन सुपने समानं जग जीवन ऐसा सुपने जैसा सुपने जैसा सुपने जैसा जग जीवन ऐसा बापा माया मोहित कीने माया मोहित कीने माया होई नागनी माया हुई नागनी जगत रही लपटाए इसकी सेवा जो करे तिस ही को फिर खाट बापा माया मोहित कीने माया मोहित कीने जिन ज्ञान रतन हार लीने ज्ञान रतन हार लीने जिन ज्ञान रतन हार लीने ज्ञान रतन हार लीने जीवन सुपने समानं जीवन सुपने समानं जग जीवन ऐसा सुपने जैसा सुपने जैसा सुपने जैसा जग जीवन ऐसा
जीवन सुपने समानं। वाहेगुरु। वाहेगुरु जी का खालसा, वाहेगुरु जी की फतेह। भुला चुका दी खिमा कर देना जी।